ਸਤਿ ਸ੍ਰੀ ਅਕਾਲ ਜੀ। 26 ਤਰੀਕ ਨੂੰ ਕਿਸਾਨ ਅੰਦੋਲਨ ਨੂੰ ਚੱਲਦਿਆਂ ਦਿੱਲੀ ਦੀਆਂ ਸਰਹੱਦਾਂ ਦੇ ਉੱਤੇ 6 ਮਹੀਨੇ ਦਾ ਸਮਾਂ ਪੂਰਾ ਹੋ ਜਾਊਗਾ। 6 ਮਹੀਨੇ ਕੋਈ ਥੋੜਾ ਜਿਹਾ ਸਮਾਂ ਨਹੀਂ ਹੁੰਦਾ। ਜਿਹੜੇ ਲੋਕ ਇਸ ਅੰਦੋਲਨ ਦੇ ਵਿੱਚ ਲੱਗੇ ਹੋਏ ਨੇ, ਜਿਹੜੇ ਉੱਥੇ ਪਹਿਲੇ ਦਿਨ ਤੋਂ ਜਾ ਕੇ ਬੈਠੇ ਨੇ, ਕਿਸਾਨ ਲੀਡਰਸ਼ਿਪ ਹੈ, ਕਿਸਾਨ ਜਥੇਬੰਦੀਆਂ ਨੇ, ਉਹਨਾਂ ਦੇ ਮੈਂਬਰ ਨੇ, ਜਿਨ੍ਹਾਂ ਦੇ ਵਿੱਚ ਕਿਸਾਨਾਂ ਦੇ ਪਰਿਵਾਰ ਦੇ ਮੈਂਬਰ, ਉਹਨਾਂ ਦੀਆਂ ਪਤਨੀਆਂ, ਮਾਵਾਂ, ਬੇਟੀਆਂ, ਭੈਣਾਂ ਸ਼ਾਮਲ ਨੇ। ਉਹ ਇਹ ਦੱਸ ਸਕਦੇ ਆ ਕਿ ਇਹ 6 ਮਹੀਨੇ ਦਾ ਲੰਬਾ ਸਮਾਂ ਕਿਵੇਂ ਲੰਘਿਆ। ਇਹਨਾਂ ਲੋਕਾਂ ਨੇ ਆਪਣੇ ਪਿੰਡਿਆਂ ਦੇ ਉੱਤੇ ਰਾਤਾਂ, ਜਿਹੜੀਆਂ ਠੰਡੀਆਂ ਰਾਤਾਂ ਮਾਈਨਸ ਤਾਪਮਾਨ ਵਾਲੀਆਂ ਹੰਡਾਈਆਂ ਨੇ। ਇਹਨਾਂ ਨੇ ਗੜੇ, ਮੀਂਹ, ਹਨੇਰੀਆਂ ਆਪਣੇ ਉੱਤੇ ਹੰਡਾਈਆਂ ਨੇ। ਇਹ ਕਦੀ ਵੀ ਡੋਲੇ ਨਹੀਂ, ਬਲਕਿ ਇਹਨਾਂ ਦੇ ਹੌਸਲੇ ਜਿਹੜੇ ਉਹ ਬੁਲੰਦ ਹੁੰਦੇ ਰਹੇ। ਇੱਕ ਤਾਂ ਕੁਦਰਤੀ ਝੱਖੜ ਜਿਹੜੇ ਆਏ, ਇੱਕ ਜਿਹੜੇ ਝੱਖੜ ਆਲੇ ਦੁਆਲੇ ਤੋਂ ਆਉਂਦੇ ਰਹੇ, ਉਹ ਵੀ ਇਹਨਾਂ ਨੇ ਆਪਣੇ ਉੱਤੇ ਝੱਲੇ। ਭਲਾ ਕੌਣ ਭੁੱਲ ਸਕਦਾ ਜਦੋਂ ਨਵੰਬਰ ਦੇ ਵਿੱਚ ਇਹ ਲੋਕ ਦਿੱਲੀ ਵੱਲ ਨੂੰ ਤੁਰੇ ਸੀ ਕਿ ਕਿਸੇ ਨੂੰ ਪਤਾ ਸੀ ਕਿ ਉੱਥੇ 6 ਮਹੀਨੇ ਦਾ ਸਮਾਂ ਲੱਗੂਗਾ। ਹਰਿਆਣਾ ਦੀ ਖੱਟੜ ਸਰਕਾਰ ਨੇ ਕਿੰਨੇ ਕਿੰਨੇ ਡੂੰਘੇ ਟੋਏ ਪੁੱਟ ਦਿੱਤੇ, ਕਿੰਨੀਆਂ ਵੱਡੀਆਂ ਵੱਡੀਆਂ ਰੋਕਾਂ ਲਾ ਦਿੱਤੀਆਂ, ਡਾਂਗਾਂ, ਪਾਣੀ ਦੀਆਂ ਬੁਛਾਰਾਂ, ਅਥਰੂ ਗੈਸ ਦੇ ਗੋਲੇ, ਕੀ ਕੁਛ ਝੱਲਿਆ ਇਹਨਾਂ ਨੇ ਆਪਣੇ ਉੱਤੇ। ਪਰ ਇਹ ਸੰਘਰਸ਼ੀਲ ਲੋਕ ਨੇ, ਲਗਾਤਾਰ ਸੰਘਰਸ਼ ਨੂੰ ਅੱਗੇ ਵਧਾਉਂਦੇ ਰਹੇ। 26 ਜਨਵਰੀ ਦੇ ਮੌਕੇ ਦੇ ਉੱਤੇ ਇੱਕ ਇਸ ਤਰ੍ਹਾਂ ਦਾ ਮੋੜ ਵੀ ਆਇਆ ਜਦੋਂ ਇਹ ਲੱਗਿਆ ਕਿ ਇਹ ਅੰਦੋਲਨ ਹੁਣ ਕੁਝ ਘੰਟਿਆਂ ਦੇ ਵਿੱਚ ਸਮਾਪਤ ਹੋ ਜਾਊਗਾ। ਗਾਜੀਪੁਰ ਸਰਹੱਦ ਦੇ ਉੱਤੇ ਜਿਵੇਂ ਭਾਰਤੀ ਜਨਤਾ ਪਾਰਟੀ ਦੇ ਉੱਤਰ ਪ੍ਰਦੇਸ਼ ਦੇ ਕੁਝ ਨੇਤਾ ਲਾਠਮਾਰਾਂ ਨੂੰ ਨਾਲ ਲੈ ਕੇ ਆ ਗਏ, ਉੱਥੋਂ ਲੋਕਾਂ ਨੇ ਆਪਣਾ ਸਮਾਨ ਬੰਨ੍ਹਣਾ ਸ਼ੁਰੂ ਕਰ ਦਿੱਤਾ। ਇੱਕ ਜਥੇਬੰਦੀ ਵਾਲੇ ਤਾਂ ਚਲੇ ਵੀ ਗਏ ਉੱਥੋਂ। ਬਹੁਤਿਆਂ ਨੂੰ ਇਹ ਲੱਗਦਾ ਸੀ ਕਿ ਹੁਣ ਮੁਸ਼ਕਲ ਖੜੀ ਹੋਊਗੀ। ਮੈਨੂੰ ਯਾਦ ਹੈ ਉਹ ਰਾਤ ਜਿਹੜੀ 27 ਜਨਵਰੀ ਵਾਲੀ ਸੀ, ਉਹ ਬੜੀ ਔਖੀ ਰਾਤ ਸੀ ਬਹੁਤ ਸਾਰੇ ਲੋਕਾਂ ਦੇ ਵਾਸਤੇ, ਜਿਹੜੇ ਉਸ ਅੰਦੋਲਨ ਦੇ ਵਿੱਚ ਸ਼ਾਮਲ ਉੱਥੇ ਬੈਠੇ ਸਨ। ਸਿੰਘੂ ਸਰਹੱਦ ਦੇ ਉੱਤੇ, ਟਿੱਕਰੀ ਸਰਹੱਦ ਦੇ ਉੱਤੇ, ਗਾਜੀਪੁਰ ਸਰਹੱਦ ਦੇ ਉੱਤੇ, ਉਹਨਾਂ ਦੇ ਉੱਤੇ ਤਾਂ ਅਸੀਂ ਕਵਰੇਜ ਕਰਨ ਵਾਲੇ ਲੋਕ ਸੀ। ਸਾਡੇ ਵਾਸਤੇ ਵੀ ਉਹ ਬੜੀ ਰਾਤ ਔਖੀ ਸੀ ਕਿ ਉੱਥੇ ਕੀ ਬਣੂਗਾ, ਕਿਉਂਕਿ ਆਫਟਰ ਆਲ ਅਸੀਂ ਉਸ ਕਲਚਰ ਨੂੰ ਬਿਲੋਂਗ ਕਰਦੇ ਹਾਂ ਜਿੱਥੇ ਕਿਸੇ ਦੀ ਧੀ ਭੈਣ ਨੂੰ ਆਪਣੀ ਧੀ ਭੈਣ ਸਮਝਿਆ ਜਾਂਦਾ। ਉਦੋਂ ਇਹ ਸੀ ਕਿ ਜਿਹੜੇ ਉੱਥੇ ਲੋਕ ਬੈਠੇ ਨੇ, ਕੀ ਹਾਲਾਤ ਉਹਨਾਂ ਦੇ ਬਣਨਗੇ ਜੇ ਲੱਠਮਾਰ ਗਾਜੀਪੁਰ ਆ ਗਏ ਤੇ ਲੱਠਮਾਰ ਸਿੰਘੂ ਦੀ ਸਰਹੱਦ ਦੇ ਉੱਤੇ ਵੀ ਪਹੁੰਚ ਗਏ ਸਨ, ਉਹ ਟਿੱਕਰੀ ਦੇ ਆਲੇ ਦੁਆਲੇ ਵੀ ਪਹੁੰਚ ਗਏ ਸਨ। ਉਹਨਾਂ ਨੂੰ ਲੱਗਦਾ ਸੀ ਇੱਕ ਪਾਸੇ ਤੋਂ ਹਮਲਾ ਸ਼ੁਰੂ ਹੋਣ ਦੀ ਦੇਰ ਹੈ, ਫਿਰ ਚਫੇਰੇ ਤੋਂ ਹਮਲਾ ਜਿਹੜਾ ਉਹ ਕੀਤਾ ਜਾਊਗਾ ਤੇ ਇਸ ਅੰਦੋਲਨ ਨੂੰ ਖਦੇੜ ਦਿੱਤਾ ਜਾਊਗਾ, ਠੀਕ ਉਸ ਤਰੀਕੇ ਦੇ ਨਾਲ ਜਿਵੇਂ ਪਿਛਲੇ ਸਾਲਾਂ ਦੇ ਦੌਰਾਨ ਵੱਖ-ਵੱਖ ਅੰਦੋਲਨ ਖਦੇੜੇ ਗਏ ਆ। ਪਰ ਉਸ ਮੌਕੇ ਦੇ ਉੱਤੇ ਰਕੇਸ਼ ਟਕੈਤ ਜਿਹੜੇ ਸੀਗੇ, ਉਹਨਾਂ ਦੀ ਦੂਰ ਅੰਦੇਸ਼ੀ, ਉਹਨਾਂ ਦਾ ਲੋਕਾਂ ਦੇ ਵਿੱਚ ਪਿਆਰ, ਉਹਨਾਂ ਦੀ ਪਰਿਵਾਰ ਦੀ ਕਮਿਟਮੈਂਟ ਜਿਹੜੀ ਕਿਸਾਨਾਂ ਪ੍ਰਤੀ, ਉਹ ਕੰਮ ਆਈ। ਔਰ ਰਕੇਸ਼ ਟਕੈਤ ਹੋਰਾਂ ਨੇ ਉਸ ਦਿਨ ਜਿਸ ਤਰੀਕੇ ਦੇ ਨਾਲ ਇੱਕ ਭਾਵੁਕ ਅਪੀਲ ਲੋਕਾਂ ਨੂੰ ਕੀਤੀ, ਤੇ ਉਹ ਰਾਤੋਂ ਰਾਤ, ਯਾਦ ਹੈ 27 ਜਨਵਰੀ ਦੀ ਰਾਤ ਬੜੀ ਠੰਡੀ ਸੀ, ਜਿਹੜੀ ਚੀਜ਼ ਲੋਕਾਂ ਨੂੰ ਮਿਲੀ ਉਹ ਲੈ ਕੇ ਟਰੈਕਟਰ, ਟਰਾਲੀਆਂ, ਹਰ ਤਰੀਕੇ ਦੇ ਨਾਲ ਸਰਹੱਦਾਂ ਵੱਲ ਨੂੰ ਹੋ ਤੁਰੇ। ਇਹ ਉਹ ਸਮਾਂ ਸੀ ਜਦੋਂ ਪੰਜਾਬ ਤੇ ਹਰਿਆਣੇ ਦੇ ਕਿਸਾਨ, ਪੰਜਾਬ, ਹਰਿਆਣੇ ਤੇ ਉੱਤਰ ਪ੍ਰਦੇਸ਼ ਦੇ ਕਿਸਾਨ, ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼ ਤੇ ਰਾਜਸਥਾਨ ਦੇ ਕਿਸਾਨਾਂ ਦੀਆਂ ਆਪਸੀ ਗੰਢਾਂ ਜਿਹੜੀਆਂ ਸੀ ਉਹ ਹੋਰ ਪੀੜ੍ਹੀਆਂ ਹੋ ਗਈਆਂ। ਹਰਿਆਣੇ ਦੇ ਕਿਸਾਨ ਮੋਹਰੀ ਭੂਮਿਕਾ ਦੇ ਵਿੱਚ ਆ ਕੇ ਬਹਿ ਗਏ, ਉੱਤਰ ਪ੍ਰਦੇਸ਼ ਦੇ ਕਿਸਾਨ ਗਾਜੀਪੁਰ ਦੀ ਸਰਹੱਦ ਦੇ ਉੱਤੇ ਮੋਹਰੀ ਭੂਮਿਕਾ ਦੇ ਵਿੱਚ ਆ ਕੇ ਬੈਠ ਗਏ। ਗੱਲ ਇਹ ਨਹੀਂ ਹੈ ਕਿ ਕਿਸ ਵਿਅਕਤੀ ਨੇ ਅੰਦੋਲਨ ਦੇ ਵਿੱਚ ਕਿੰਨਾ ਰੋਲ ਨਿਭਾਇਆ। ਜਿਹਨੇ ਵੀ ਨਿਭਾਇਆ ਰੋਲ, ਉਹ ਐਸਾ ਨਿਭਾਇਆ ਕਿ ਉਹਨੇ ਅੱਗੇ ਤੋਰਨ ਦਾ ਕੋਸ਼ਿਸ਼ ਕੀਤੀ। ਇਹਦੇ ਵਿੱਚ ਕੋਈ ਸ਼ੱਕ ਨਹੀਂ। ਮੈਂ ਜਿਵੇਂ ਬਾਹਰੀ ਝੱਖੜਾਂ ਦੀ ਗੱਲ ਕੀਤੀ ਹੈ, ਇੱਕ ਤਾਂ ਕੁਦਰਤੀ ਝੱਖੜ ਨੇ, ਇੱਕ ਉਹ ਝੱਖੜ ਜਿਹੜੇ ਕੁਝ ਗਰੁੱਪਾਂ ਨੇ ਪੈਦਾ ਕੀਤੇ,
26 ਜਨਵਰੀ ਦੇ ਮੌਕੇ ਦੇ ਉੱਤੇ ਵੀ ਬਾਅਦ ਦੇ ਵਿੱਚ ਵੀ ਅੱਜ ਵੀ ਉਹ ਸੋਸ਼ਲ ਮੀਡੀਆ ਦੇ ਰਾਹੀਂ ਕੁਝ ਨਾ ਕੁਝ ਅਜਿਹਾ ਕਰਦੇ ਲਿਖਦੇ ਬੋਲਦੇ ਰਹਿੰਦੇ ਆ ਜਿਹੜਾ ਕਿ ਇਸ ਅੰਦੋਲਨ ਨੂੰ ਢਾਹ ਲਾਵੇ। ਇਹ ਲੋਕ ਕਦੀ ਵੀ ਉਹ ਮੰਗਾਂ ਜਿਹਨੂੰ ਲੈ ਕੇ ਇਹ ਕਿਸਾਨ ਅੰਦੋਲਨ ਸ਼ੁਰੂ ਹੋਇਆ ਸੀ, ਉਹ ਖੇਤੀ ਕਾਲੇ ਕਾਨੂੰਨ ਜਿਹੜੇ ਕਿ ਕਿਸਾਨੀ ਨੂੰ ਬਿਲਕੁਲ ਖਤਮ ਕਰ ਦੇਣਗੇ, ਉਹਨਾਂ ਦੇ ਬਾਰੇ ਦੇ ਵਿੱਚ ਕਦੀ ਨਹੀਂ ਬੋਲਦੇ। ਇਹ ਲੋਕ ਜਿਹੜੇ ਸਰਕਾਰਾਂ ਲੈ ਕੇ ਆਈਆਂ ਉਹਨਾਂ ਦੇ ਬਾਰੇ ਦੇ ਵਿੱਚ ਕਦੀ ਨਹੀਂ ਬੋਲਦੇ, ਜਿਵੇਂ ਉਹ ਲੈ ਕੇ ਆਈਆਂ ਉਹਨਾਂ ਦੇ ਬਾਰੇ ਦੇ ਵਿੱਚ ਕਦੀ ਨਹੀਂ ਬੋਲਦੇ। ਇਹ ਜਦੋਂ ਬੋਲਦੇ ਨੇ ਉਹਨਾਂ ਕਿਸਾਨ ਆਗੂਆਂ ਦੇ ਬਾਰੇ ਦੇ ਵਿੱਚ ਬੋਲਦੇ ਨੇ ਜਿਨ੍ਹਾਂ ਨੇ ਇਸ ਸੰਘਰਸ਼ ਨੂੰ ਪਿੰਡ ਪਿੰਡ ਜਾ ਕੇ ਲੋਕਾਂ ਨੂੰ ਲਾਮਬੰਦ ਕਰਕੇ ਸ਼ੁਰੂ ਕੀਤਾ ਤੇ ਅੱਜ ਮੌਜੂਦਾ ਸਥਿਤੀ ਦੇ ਵਿੱਚ ਲਿਆ ਕੇ ਖੜਾ ਕੀਤਾ ਹੋਇਆ। ਉਹ ਦਿਨ ਭਲਾ ਭੁੱਲ ਸਕਦੇ ਆ ਜਦੋਂ ਵੱਡੀਆਂ ਵੱਡੀਆਂ ਕੰਧਾਂ ਜਿਹੜੀਆਂ ਸੀ ਉਹ ਦਿੱਲੀ ਦੀਆਂ ਸਰਹੱਦਾਂ ਦੇ ਉੱਤੇ ਉਸਾਰ ਦਿੱਤੀਆਂ ਗਈਆਂ, ਕੰਡਿਆਲੀਆਂ ਤਾਰਾਂ ਲਾ ਦਿੱਤੀਆਂ ਗਈਆਂ, ਨੁਕੀਲੀਆਂ ਚੀਜ਼ਾਂ ਲਾ ਦਿੱਤੀਆਂ ਗਈਆਂ ਤਾਂ ਕਿ ਇੱਥੋਂ ਕੋਈ ਲੰਘ ਕੇ ਨਾ ਜਾ ਸਕੇ। ਰੋਜ਼ ਇਹੀ ਖਦਸ਼ਾ ਰਹਿੰਦਾ, ਅੱਜ ਵੀ ਉਹ ਬਣਿਆ ਰਹਿੰਦਾ ਕਿ ਇਹ ਨਹੀਂ ਪਤਾ ਕਿ ਕਿਸ ਤਰੀਕੇ ਦੇ ਨਾਲ ਹਮਲਾ ਕਰਕੇ ਉੱਥੇ ਕਿੰਨਾ ਕੁ ਨੁਕਸਾਨ ਇਹਨਾਂ ਲੋਕਾਂ ਦਾ ਕਰ ਦੇਣਾ। ਪਰ ਇਹ ਲੋਕ ਟਰਾਲੀਆਂ ਦੇ ਰੂਪ ਦੇ ਵਿੱਚ ਪਹਿਲਾਂ ਵਸੇ, ਹੁਣ ਕਾਨੇ ਦੀਆਂ ਛੰਨਾਂ ਬਣਾ ਕੇ ਉਹਨਾਂ ਦੇ ਵਿੱਚ ਰਹਿ ਰਹੇ ਨੇ, ਸੜਕਾਂ ਦੇ ਉੱਤੇ ਸੌਂਦੇ ਨੇ, ਉਹਨੂੰ ਆਪਣੀ ਠਾਰ ਦੇ ਰੂਪ ਦੇ ਵਿੱਚ ਜਿਹੜਾ ਉਹ ਵਿਕਸਿਤ ਕਰ ਲਿਆ। ਕਿਸਾਨ ਜਿਹਨੇ ਕਿ ਬਾਰ-ਬਾਰ ਸਰਕਾਰਾਂ ਦੀਆਂ ਅਣਗਹਿਲੀਆਂ ਝੱਲੀਆਂ, ਸਰਕਾਰਾਂ ਦੀਆਂ ਗਲਤ ਪਾਲਿਸੀਜ਼ ਝੱਲੀਆਂ, ਜਦੋਂ ਕਿਸਾਨ ਦੀ ਲੋੜ ਸੀ ਸਰਕਾਰਾਂ ਨੂੰ ਤਾਂ ਉਦੋਂ ਇਹਨੂੰ ਪੜੋਸਿਆ ਗਿਆ, ਇਹਨੂੰ ਅੰਨਦਾਤਾ ਆਖਿਆ ਗਿਆ। ਪਰ ਜਦੋਂ ਜ਼ਰੂਰਤ ਮਹਿਸੂਸ ਨਹੀਂ ਹੋਈ ਤਾਂ ਪੰਜਾਬੀ ਦੀ ਕਹਾਵਤ ਹੈ ਕਿ ਕੋਠਾ ਉਸਰਿਆ ਤਰਖਾਣ ਵਿਸਰਿਆ, ਉਹ ਹਾਲਾਤ ਹੋ ਗਏ ਕਿ ਹੁਣ ਸਾਨੂੰ ਇਹਨਾਂ ਕਿਸਾਨਾਂ ਦੀ ਲੋੜ ਹੀ ਨਹੀਂ। ਜੇ ਇਸ ਤਰ੍ਹਾਂ ਨਾ ਹੋਵੇ ਤਾਂ ਕਿਸਾਨਾਂ ਨੂੰ ਇਉਂ ਇਗਨੋਰ ਨਾ ਕੀਤਾ ਜਾਵੇ। 22 ਜਨਵਰੀ ਸੀ ਜਦੋਂ ਅਖੀਰਲੀ ਵਾਰੀ ਕੇਂਦਰ ਦੀ ਸਰਕਾਰ ਨੇ ਇਹਨਾਂ ਕਿਸਾਨਾਂ ਦੇ ਨਾਲ ਗੱਲਬਾਤ ਕੀਤੀ ਸੀ। ਉਸ ਤੋਂ ਬਾਅਦ ਇਹ ਕਿਹਾ ਜਾਂਦਾ ਹੈ ਕਿ ਉਸ ਦਿਨ ਖੇਤੀਬਾੜੀ ਮੰਤਰੀ ਤੇ ਬਾਕੀ ਜਿਹੜੇ ਹਾਜ਼ਰ ਸਨ ਉਹਨਾਂ ਨੇ ਇਹ ਗੱਲ ਕਹੀ ਸੀ, ਠੀਕ ਹੈ ਹੁਣ ਤੁਸੀਂ ਆਪਣੀ ਤਿਆਰੀ ਕਰੋ ਤੇ ਅਸੀਂ ਆਪਣੀ ਤਿਆਰੀ ਕਰਦੇ ਹਾਂ। ਇਹਦੇ ਵਿੱਚ ਬਹੁਤ ਕੁਝ ਲੁਕਿਆ ਹੋਇਆ ਸੀ ਇਸ ਗੱਲ ਦੇ ਵਿੱਚ। ਉਹਨਾਂ ਨੇ ਕੈਸੀ ਤਿਆਰੀ ਕੀਤੀ ਉਹ ਸਭ ਦੇ ਸਾਹਮਣੇ ਹੈ। ਸੰਯੁਕਤ ਕਿਸਾਨ ਮੋਰਚੇ ਨੇ ਪਿਛਲੇ ਦਿਨਾਂ ਦੇ ਵਿੱਚ ਇੱਕ ਲੈਟਰ ਲਿਖੀ ਕੇਂਦਰ ਦੀ ਸਰਕਾਰ ਨੂੰ, ਇੱਕ ਚਿੱਠੀ ਲਿਖੀ ਕਿ ਇੰਨੀ ਦੇਰ ਤੋਂ ਗੱਲਬਾਤ ਨਹੀਂ ਹੋਈ, ਇਹ ਗੱਲਬਾਤ ਹੋਣੀ ਚਾਹੀਦੀ ਹੈ। ਉਹਦਾ ਕਿਸੇ ਨੇ ਜਵਾਬ ਨਹੀਂ ਦਿੱਤਾ। 22 ਜਨਵਰੀ ਤੋਂ ਬਾਅਦ ਨਾ ਪ੍ਰਧਾਨ ਮੰਤਰੀ, ਨਾ ਗ੍ਰਹਿ ਮੰਤਰੀ, ਨਾ ਖੇਤੀਬਾੜੀ ਮੰਤਰੀ, ਕੋਈ ਕਿਸੇ ਕਿਸਮ ਦਾ ਜਵਾਬ ਦੇਣ ਦੇ ਵਾਸਤੇ ਸਾਹਮਣੇ ਨਹੀਂ ਆ ਰਿਹਾ। ਉਹ ਕੋਈ ਜਵਾਬ ਨਹੀਂ ਦੇ ਰਹੇ। ਉਹਨਾਂ ਦੀ ਪਾਲਿਸੀ ਇੱਕ ਇਹ ਆ ਕਿ ਇਹਨੂੰ ਜਿੰਨਾ ਇਗਨੋਰ ਕੀਤਾ ਜਾ ਸਕਦਾ ਉਹ ਇਗਨੋਰ ਕੀਤਾ ਜਾਵੇ। 5 ਰਾਜਾਂ ਦੀਆਂ ਚੋਣਾਂ ਹੋਈਆਂ ਔਰ ਇਹਨਾਂ 5 ਰਾਜਾਂ ਦੇ ਵਿੱਚ ਸਭ ਤੋਂ ਅਹਿਮ ਰਾਜ ਜਿਹੜਾ ਜਿੱਥੇ ਭਾਰਤੀ ਜਨਤਾ ਪਾਰਟੀ ਨੇ ਜ਼ੋਰ ਲਾਇਆ ਉਹ ਸੀ ਪੱਛਮੀ ਬੰਗਾਲ। ਪੱਛਮੀ ਬੰਗਾਲ ਦੀਆਂ ਚੋਣਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਮੂੰਹ ਦੀ ਖਾਣੀ ਪਈ। ਬੇਸ਼ੱਕ ਉੱਤਰ ਪ੍ਰਦੇਸ਼ ਦੇ ਵਿੱਚ ਕਿਸਾਨ ਜਥੇਬੰਦੀਆਂ ਨੇ ਕੋਈ ਬਹੁਤਾ ਰੋਲ ਨਹੀਂ ਨਿਭਾਇਆ, ਪਰ ਕਿਉਂਕਿ ਉੱਤਰ ਪ੍ਰਦੇਸ਼ ਦੇ ਕਿਸਾਨ ਦਾ ਬਹੁਤ ਵੱਡਾ ਰੋਲ ਆ ਇਸ ਸੰਘਰਸ਼ ਦੇ ਵਿੱਚ, ਉਹਨਾਂ ਨੇ ਆਪ ਮੁਹਾਰੇ ਜਿਹੜੀਆਂ ਲੋਕਲ ਚੋਣਾਂ ਹੋਈਆਂ ਉਹਦੇ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਮੂੰਹ ਦੇ ਮੂੰਹ ਸੁੱਟ ਦਿੱਤਾ। ਹੁਣ ਕਿਸਾਨ ਜਥੇਬੰਦੀਆਂ ਇਹ ਕਹਿੰਦੀਆਂ ਨੇ ਕਿ ਸਾਡਾ ਅਗਲਾ ਨਿਸ਼ਾਨਾ ਉੱਤਰ ਪ੍ਰਦੇਸ਼ ਤੇ ਉੱਤਰਾਖੰਡ ਦੀਆਂ ਚੋਣਾਂ ਹੋਣਗੀਆਂ, ਜਿੱਥੇ ਕਿ ਭਾਰਤੀ ਜਨਤਾ ਪਾਰਟੀ ਨੇ ਅਗਲੇ ਵਰ੍ਹੇ ਦੀ ਸ਼ੁਰੂਆਤ ਦੇ ਵਿੱਚ ਇਹ ਚੋਣਾਂ ਲੜਨੀਆਂ ਨੇ। ਹੁਣ ਸਵਾਲ ਇਹ ਆ ਕਿ ਕੀ ਇਹ ਸੰਘਰਸ਼ ਮੀਨਸ ਕਿ ਅਗਲੇ ਵਰ੍ਹੇ ਤੱਕ ਜਾਊਗਾ? ਇਹ ਵੱਡਾ ਜਿਹੜਾ ਸਵਾਲ ਹੈ ਲੋਕਾਂ ਦੇ ਮਨਾਂ ਦੇ ਵਿੱਚ। ਮੁਲਕ ਦੀਆਂ 13 ਕਿਸਾਨ ਜਥੇਬੰਦੀਆਂ ਉਹਨਾਂ ਨੇ ਇਕੱਠੇ ਹੋ ਕੇ ਇਸ 26 ਤਰੀਕ ਦੇ ਕਾਲਾ ਦਿਵਸ ਜਿਹੜਾ ਮਨਾਉਣਾ ਉਹਦੀ ਹਮਾਇਤ ਕੀਤੀ ਹੈ। ਥਾਂ ਥਾਂ ਦੇ ਉੱਤੇ ਰੋਸ ਮੁਜ਼ਾਹਰੇ ਹੋਣਗੇ। ਲੋਕਾਂ ਨੂੰ ਇਹ ਆਖਿਆ ਗਿਆ ਕਿ ਉਹ ਕਾਲੇ ਝੰਡੇ ਆਪਣੇ ਵਹੀਕਲਾਂ ਦੇ ਉੱਤੇ, ਆਪਣੇ ਘਰਾਂ ਦੇ ਉੱਤੇ ਲਾਉਣ ਤਾਂ ਕਿ ਕਿਸਾਨਾਂ ਦੀ ਉਹ ਹਮਾਇਤ ਕਰਨ ਇਸ ਦਿਨ। ਸਵਾਲ ਸਭ ਤੋਂ ਵੱਡਾ ਇਹ ਆ ਕਿ ਇਹ ਕਿਸਾਨ ਅੰਦੋਲਨ ਕੀ ਅੱਜ ਵੀ ਇਹ ਸਿਰਫ ਕਿਸਾਨ ਅੰਦੋਲਨ ਰਹਿ ਗਿਆ? ਨਹੀਂ, ਇਹ ਤਕਰੀਬਨ ਸਾਰੇ ਵਰਗਾਂ ਦਾ ਅੰਦੋਲਨ ਬਣ ਗਿਆ। ਅੱਜ ਜਦੋਂ ਕਣਕ ਦੀ ਫਸਲ ਆਈ ਹੈ ਇਹਦੇ ਵਿੱਚ ਤੁਸੀਂ ਉਹ ਦੇਖ ਲਿਆ ਜਿਹੜੀ ਸਿੱਧੀ ਪੇਮੈਂਟ ਜਿਹੜੇ ਉਹ ਕਰਨ ਵਾਲਾ ਮਸਲਾ, ਕਹਿੰਦੇ ਜੀ ਉਹਦੇ ਵਿੱਚੋਂ ਅਸੀਂ ਵਿਚੋਲੀਏ ਕੱਢ ਦੇਣੇ ਆ। ਇਟ ਮੀਨਸ ਕਿ ਆੜਤੀਆਂ ਦਾ ਕੰਮ ਸਮਝ ਲਓ ਕਿ ਉਹਨਾਂ ਦੇ ਕੰਮ ਸਮੇਟਣ ਦਾ ਪ੍ਰਬੰਧ ਕੇਂਦਰ ਦੀ ਸਰਕਾਰ ਨੇ ਕਰ ਦਿੱਤਾ। ਆੜਤੀਏ ਤੇ ਕਿਸਾਨ ਦਾ ਕੀ ਰਿਸ਼ਤਾ ਉਹ ਦੱਸਣ ਦੀ ਜ਼ਰੂਰਤ ਨਹੀਂ, ਸਭ ਨੂੰ ਪਤਾ। ਇਹਦੇ ਵਿੱਚੋਂ ਆੜਤੀਏ ਮੰਨਫੀ ਕਰ ਦਿੱਤੇ ਜਾਣਗੇ, ਉਹ ਕੋਈ ਹੋਰ ਕੰਮਕਾਰ ਕਰ ਲੈਣਗੇ, ਪਰ ਇਹਦਾ ਜਿਹੜਾ ਨੁਕਸਾਨ ਹੈ ਉਹ ਕਿਸਾਨਾਂ ਨੂੰ ਬਹੁਤ ਵੱਡਾ ਹੋਊਗਾ। ਕਿਸਾਨ ਮਜ਼ਦੂਰ ਇਹਦੇ ਨਾਲ ਬਹੁਤ ਬੁਰੇ ਤਰੀਕੇ ਦੇ ਨਾਲ ਪ੍ਰਭਾਵਿਤ ਹੋਊਗਾ, ਇਹ ਸਭ ਨੂੰ ਪਤਾ ਹੈ।
ਜਿਹੜਾ ਇੱਕ ਸਰਕਲ ਚੱਲਦਾ ਹੈ ਉਹ ਕਿਸਾਨ ਦੇ ਨਾਲ ਚੱਲਦਾ ਹੈ, ਕਿਸਾਨ ਦੇ ਪੈਸੇ ਦੇ ਨਾਲ ਚੱਲਦਾ ਹੈ। ਜਦੋਂ ਕਿਸਾਨ ਨਹੀਂ ਰਹੂਗਾ ਤੇ ਫਿਰ ਉਹ ਸਰਕਲ ਟੁੱਟੂਗਾ, ਉਸ ਸਰਕਲ ਦੇ ਵਿੱਚ ਸਾਰੇ ਹੀ ਆ ਜਾਣਗੇ। ਮੈਂ ਅੱਗੇ ਵੀ ਗੱਲ ਕੀਤੀ ਸੀ, ਜਿਹੜੇ ਕਿਸਾਨ ਨੇ, ਜੇ ਕਿਸਾਨ ਨੂੰ ਜ਼ਰੂਰਤ ਹੈ ਆਪਣੇ ਘਰ ਦੇ ਵਿੱਚ ਵਿਆਹ ਸ਼ਾਦੀ ਦੇ ਵਾਸਤੇ, ਉਹ ਆੜਤੀਏ ਕੋਲੇ ਜਾਂਦਾ, ਆੜਤੀਆ ਉਹਨੂੰ ਇੱਕ ਪਰਚੀ ਦਿੰਦਾ, ਇੱਕ ਸਲਿੱਪ ਦਿੰਦਾ, ਇੱਕ ਕੱਪੜੇ ਦੀ ਦੁਕਾਨ ਦੀ, ਇੱਥੇ ਤੂੰ ਲੈ ਲਾ। ਕੱਪੜੇ ਦੀ ਦੁਕਾਨ ਵਾਲੇ ਨੂੰ ਪਤਾ ਮੇਰੇ ਪੈਸੇ ਕਿਤੇ ਨਹੀਂ ਚੱਲੇ, ਮੈਂ ਆੜਤੀਏ ਕੋਲੋਂ ਲੈ ਲੂੰਗਾ। ਕਿਸਾਨ ਦਾ ਸੌਰ ਜਾਂਦਾ। ਜਿਹੜਾ ਉਹਨੂੰ ਦੂਸਰਾ ਰਾਸ਼ਨ ਪਾਣੀ ਚਾਹੀਦਾ ਘਰ ਦੇ ਵਿੱਚ ਕਿਸੇ ਜੰਮਣ ਮਰਨ ਦੇ ਉੱਤੇ, ਉਹ ਜੇ ਲੋੜ ਪੈਂਦੀ ਤਾਂ ਫਿਰ ਆੜਤੀਏ ਕੋਲੇ ਜਾਂਦਾ, ਇੱਕ ਸਲਿੱਪ ਉਹ ਦੁਕਾਨ ਵਾਲੇ ਦੇ ਵਾਸਤੇ ਦਿੰਦਾ ਕਿ ਉੱਥੋਂ ਜਾ ਕੇ ਤੂੰ ਲੈ ਲਾ। ਦੁਕਾਨ ਵਾਲੇ ਨੂੰ ਪਤਾ ਮੇਰੇ ਪੈਸੇ ਕਿਤੇ ਚੱਲੇ ਨਹੀਂ। ਇਹ ਜਿਹੜਾ ਸਰਕਲ ਹੈ ਟੁੱਟੂਗਾ ਜੇ ਕਿਸਾਨ ਦੇ ਹਾਲਾਤ ਇਹੀ ਬਣੇ ਰਹੇ, ਜੇ ਖੇਤੀ ਕਾਨੂੰਨ ਇਸੇ ਤਰੀਕੇ ਦੇ ਨਾਲ ਲਾਗੂ ਰਹੇ। ਉਹ ਸਰਕਲ ਟੁੱਟਣ ਦੇ ਨਾਲ ਸਾਰੇ ਵਰਗ ਇਹਦੀ ਲਪੇਟ ਦੇ ਵਿੱਚ ਆ ਜਾਣਗੇ, ਇਹਦੀ ਚਪੇਟ ਦੇ ਵਿੱਚ ਆ ਜਾਣਗੇ। ਸੋਚ ਕੇ ਵੇਖੋ ਉਸ ਸਰਕਲ ਟੁੱਟਣ ਤੋਂ ਬਾਅਦ ਕਿਹੋ ਜਿਹਾ ਅਸਰ ਵੱਖ-ਵੱਖ ਸੂਬਿਆਂ ਦੇ ਵਿੱਚ ਪਊਗਾ, ਖਾਸ ਤੌਰ ਦੇ ਉੱਤੇ ਉਹਨਾਂ ਸੂਬਿਆਂ ਦੇ ਵਿੱਚ ਜਿੱਥੇ ਬਹੁਤ ਗਿਣਤੀ ਲੋਕਾਂ ਦਾ ਕਿੱਤਾ ਕਿਰਸਾਨੀ ਹੈ। ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਰਾਜਸਥਾਨ, ਇਹਨਾਂ ਸੂਬਿਆਂ ਦੇ ਵਿੱਚ ਖਾਸ ਤੌਰ ਦੇ ਉੱਤੇ ਆਉਂਦੇ ਆ। ਇਹ ਉਹ ਸਮਾਂ ਜਿਹੜੀਆਂ ਸਿਆਸੀ ਪਾਰਟੀਆਂ ਨੇ ਉਹਨਾਂ ਨੇ, ਵਿਰੋਧੀ ਸਿਆਸੀ ਧਿਰਾਂ ਨੇ ਹਮਾਇਤ ਕੀਤੀ ਹੈ। ਇੱਕ ਕਿਸਮ ਦੇ ਨਾਲ ਜਿਹੜਾ ਇਹ ਕਿਸਾਨ ਅੰਦੋਲਨ ਹੈ ਉਹ ਰਾਜਾਂ ਦੇ ਵੱਧ ਅਧਿਕਾਰਾਂ ਦੇ ਵਾਸਤੇ ਵੀ ਲੜ ਰਿਹਾ, ਕਿਉਂਕਿ ਰਾਜਾਂ ਤੋਂ ਜਿਸ ਤਰੀਕੇ ਦੇ ਨਾਲ ਇੱਕ ਇੱਕ ਕਰਕੇ ਉਹਨਾਂ ਦੇ ਅਧਿਕਾਰ ਖੋਏ ਜਾ ਰਹੇ ਆ। ਔਰ ਇਹਨਾਂ ਦਿਨਾਂ ਦੇ ਵਿੱਚ ਤੁਸੀਂ ਕੋਵਿਡ-19 ਦੇ ਦੌਰਾਨ ਦੇਖਿਆ ਹੋਣਾ ਕਿ ਜਦੋਂ ਟੀਕਾਕਰਨ ਹੋਣਾ, ਜਿਹੜਾ ਵੈਕਸੀਨ ਲੱਗਣਾ, ਉਹ ਕੇਂਦਰ ਨੇ ਕਹਿ ਦਿੱਤਾ ਤੁਸੀਂ ਆਪਣੇ ਤੌਰ ਦੇ ਉੱਤੇ ਖਰੀਦੋ ਮੁਲਕਾਂ ਤੋਂ। ਮੁਲਕਾਂ ਨੇ ਨਾ ਕਰਤੀ, ਅਸੀਂ ਸੂਬਿਆਂ ਨੂੰ ਨਹੀਂ ਵੇਚਦੇ। ਉਹ ਕਹਿੰਦੇ ਅਸੀਂ ਕੇਂਦਰ ਦੀ ਸਰਕਾਰ ਦੇ ਨਾਲ ਡੀਲ ਕਰਾਂਗੇ, ਸੂਬਿਆਂ ਨੂੰ ਫਸਾ ਲਿਆ। ਇਹ ਕਿਸਾਨ ਅੰਦੋਲਨ ਇਹ ਕਹਿ ਰਿਹਾ ਕਿ ਜਿਹੜਾ ਮੰਡੀ ਸਿਸਟਮ ਹੈ ਉਹ ਸੂਬਿਆਂ ਦਾ ਅਧਿਕਾਰ ਖੇਤਰ ਆ, ਉਹਦੇ ਵਿੱਚ ਤੁਸੀਂ ਸ਼ਾਮਲ ਨਾ ਹੋ, ਉਹਦੇ ਵਿੱਚ ਤੁਸੀਂ ਦਖਲ ਨਾ ਦਿਓ। ਉਹ ਸੂਬਿਆਂ ਦੇ ਅਧਿਕਾਰਾਂ ਦੀ ਲੜਾਈ ਲੜ ਰਿਹਾ। ਇਹ ਕਿਸਾਨੀ ਅੰਦੋਲਨ ਨਹੀਂ ਹੈ ਸਿਰਫ। ਜੇ ਅੱਜ ਇੱਕ ਪਲੇਟਫਾਰਮ ਦੇ ਉੱਤੇ 13 ਸਿਆਸੀ ਪਾਰਟੀਆਂ ਇਕੱਠੀਆਂ ਹੋ ਕੇ ਇਸ ਅੰਦੋਲਨ ਦੀ ਹਮਾਇਤ ਕਰ ਰਹੀਆਂ ਨੇ, ਤਾਂ ਇੱਕ ਕਿਸਮ ਦੇ ਨਾਲ ਇਹ ਵਿਰੋਧੀ ਧਿਰਾਂ ਦੇ ਵਾਸਤੇ ਵੀ ਇੱਕ ਮੌਕਾ ਪ੍ਰੋਵਾਈਡ ਹੋ ਰਿਹਾ, ਜਿਹੜੀਆਂ ਕਿ ਵਿਰੋਧੀ ਧਿਰਾਂ ਭਾਰਤ ਦੇ ਸਿਆਸੀ ਮੰਚ ਦੇ ਉੱਤੇ ਪਿਛਲੇ 5-6 ਸਾਲਾਂ ਤੋਂ ਲਗਭਗ ਗਾਇਬ ਹੋ ਗਈਆਂ। ਹਾਲਾਤ ਇਹ ਬਣੇ ਕਿ ਪਿਛਲੀ ਟਰਮ ਦੇ ਵਿੱਚ ਵੀ ਕੋਈ ਆਫੀਸ਼ੀਅਲ ਵਿਰੋਧੀ ਧਿਰ ਨਹੀਂ ਸੀ, ਨਾ ਇਸ ਟਰਮ ਦੇ ਵਿੱਚ ਕੋਈ ਆਫੀਸ਼ੀਅਲ ਵਿਰੋਧੀ ਧਿਰ ਹੈ। ਜੇ ਇਹ ਸਾਰੀਆਂ ਵਿਰੋਧੀ ਧਿਰਾਂ ਜਿਹੜੀਆਂ ਇੱਕ ਮੰਚ ਦੇ ਉੱਤੇ ਇਕੱਠੀਆਂ ਹੁੰਦੀਆਂ ਨੇ ਤੇ ਇਹ ਇੱਕ ਮੰਚ ਦੇ ਉੱਤੇ ਇਕੱਠੀਆਂ ਹੋ ਕੇ ਨਾ ਸਿਰਫ ਕਿਸਾਨ ਅੰਦੋਲਨ ਦੀ ਮਦਦ ਕਰ ਰਹੀਆਂ ਹੋਣਗੀਆਂ, ਬਲਕਿ ਜੋ ਕੁਝ ਮੁਲਕ ਦੇ ਵਿੱਚ ਇਸ ਵੇਲੇ ਚੱਲ ਰਿਹਾ, ਕੋਵਿਡ-19 ਨੇ ਜਿਹੜਾ ਸ਼ੀਸ਼ਾ ਵਿਖਾਇਆ ਲੋਕਾਂ ਨੂੰ, ਉਹਦੇ ਵਿੱਚ ਉਹ ਲੋਕਾਂ ਦੇ ਨਾਲ ਖੜਨ ਦਾ ਦਾਅਵਾ ਵੀ ਕਰ ਸਕਣਗੀਆਂ। ਇਸ ਰੋਸ ਦੇ ਵਿੱਚ ਸ਼ਾਮਲ ਹੋਣਾ ਇਸ ਕਰਕੇ ਹਰੇਕ ਦਾ ਜ਼ਰੂਰੀ ਹੈ ਕਿ ਲੋਕਾਂ ਦੇ ਮਨਾਂ ਦੇ ਅੰਦਰ ਜਿਹੜੇ ਕੋਈ ਮਾੜੇ ਮੋਟੇ ਭਰਮ ਭੁਲੇਖੇ ਸੀ ਉਹ ਨਿਕਲ ਗਏ। ਜੋ ਹਾਲਾਤ ਪਿਛਲੇ ਦਿਨਾਂ ਦੇ ਦੌਰਾਨ ਮੁਲਕ ਦੇ ਵਿੱਚ ਮੁਲਕ ਵਾਲਿਆਂ ਨੇ ਔਰ ਦੁਨੀਆ ਨੇ ਵੇਖੇ, ਅਜਿਹੇ ਹਾਲਾਤਾਂ ਦਾ ਕਦੀ ਕਿਸੇ ਨੇ ਭੋਰਾ ਵੀ ਸੋਚਿਆ ਨਹੀਂ ਹੋਣਾ ਕਿ ਇਹੋ ਜਿਹੇ ਹਾਲਾਤ ਵੀ ਬਣ ਸਕਦੇ ਆ। ਲਾਸ਼ਾਂ ਹੀ ਲਾਸ਼ਾਂ, ਚੁਫੇਰੇ, ਕੋਈ ਇਲਾਜ ਨਹੀਂ, ਹਸਪੀਟਲਾਂ ਦੇ ਵਿੱਚ ਬੈੱਡ ਨਹੀਂ, ਬੈੱਡ ਮਿਲ ਗਏ ਤੇ ਵੈਂਟੀਲੇਟਰ ਨਹੀਂ, ਵੈਂਟੀਲੇਟਰ ਮਿਲ ਗਿਆ ਤੇ ਆਕਸੀਜਨ ਨਹੀਂ, ਆਕਸੀਜਨ ਮਿਲ ਗਈ ਤਾਂ ਵੈਕਸੀਨ ਨਹੀਂ। ਵੈਕਸੀਨੇਸ਼ਨ ਦੇ ਵਾਸਤੇ ਆਪਾਂ ਦੇਖਿਆ ਕਿਹੋ ਜਿਹੇ ਹਾਲਾਤ ਜਿਹੜੇ ਉਹ ਬਣ ਰਹੇ ਨੇ। ਇਸ ਕਰਕੇ ਕਿਸਾਨ ਅੰਦੋਲਨ ਜਿਹੜਾ ਉਹ ਸਿਰਫ ਕਿਸਾਨਾਂ ਦਾ ਨਾਲ ਰਹਿ ਕੇ ਉਹ ਹਰੇਕ ਤਬਕੇ ਦਾ ਅੰਦੋਲਨ ਹੈ, ਔਰ ਖਾਸ ਤੌਰ ਦੇ ਉੱਤੇ ਇਹ ਅੰਦੋਲਨ ਹੈ ਕਿਉਂਕਿ ਅੰਦੋਲਨ ਨਹੀਂ ਤਾਂ ਅਦਰਵਾਈਜ਼ 7 ਅੰਦੋਲਨਾਂ ਦੇ ਇੱਥੇ ਕੱਢ ਦਿੱਤੇ ਗਏ ਆ। ਇਹ ਇਸ ਚੀਜ਼ ਦੇ ਉੱਤੇ ਬੜਾ ਵੱਡਾ ਨਿਰਭਰ ਕਰਨਾ ਹੈ, ਚਾਹੇ ਉਹ ਮਜ਼ਦੂਰਾਂ ਦੀਆਂ ਜਥੇਬੰਦੀਆਂ ਨੇ, ਉਹ ਵਿਦਿਆਰਥੀਆਂ ਦੀਆਂ ਜਥੇਬੰਦੀਆਂ ਨੇ, ਨੌਜਵਾਨਾਂ ਦੀਆਂ ਜਥੇਬੰਦੀਆਂ ਨੇ, ਟ੍ਰੇਡ ਯੂਨੀਅਨਸ ਨੇ, ਉਹਨਾਂ ਦੇ ਉੱਤੇ, ਉਹਨਾਂ ਦੇ ਅੰਦੋਲਨਾਂ ਦੇ ਉੱਤੇ ਵੀ ਇਸ ਅੰਦੋਲਨ ਦਾ ਬਹੁਤ ਵੱਡਾ ਅਸਰ ਪੈਣਾ। ਜੇ ਕਿਸਾਨ ਇੱਥੇ ਹਰਦਾ, ਜੇ ਕਿਸਾਨ ਇੱਥੇ ਮਰਦਾ, ਤਾਂ ਬਹੁਤ ਸਾਰੇ ਸੂਬੇ ਇੱਕ ਕਿਸਮ ਦੇ ਨਾਲ ਮੰਨਫੀ ਹੋ ਜਾਣੇ ਆ। ਇਹ ਠੀਕ ਹੈ ਕਿ ਇਹ ਸਾਰਾ ਕੁਝ ਜਿਹੜਾ ਉਹ ਕਾਰਪੋਰੇਟ ਅਦਾਰਿਆਂ ਦੇ ਵਾਸਤੇ ਕੀਤਾ ਜਾ ਰਿਹਾ ਤਾਂ ਕਿ ਜਿਹੜੇ ਬਹੁਤ ਅਮੀਰ ਹੋ ਗਏ, ਬੰਦ ਦੇ ਵਿੱਚ ਵੀ ਅਮੀਰ ਹੋ ਗਏ, ਉਹ ਹੋਰ ਅਮੀਰ ਹੋ ਜਾਣ। ਪਰ ਇਹਦੇ ਵਿੱਚ ਜੇਕਰ ਭਾਈਵਾਲੀ ਕਿਸਾਨ ਦੀ ਰਹੀ ਤਾਂ ਇਹ ਤਰੱਕੀ ਜਿਹੜੀ ਆ ਮੁਲਕ ਦੀ ਉਹ ਦੂਣੀ ਹੋ ਸਕਦੀ ਹੈ। ਇਹ ਘਟੂਗੀ ਨਹੀਂ ਬਲਕਿ ਵਧੂਗੀ, ਕਿਉਂਕਿ ਕਿਸਾਨ ਇੱਕ ਉਹ ਵਰਗ ਹੈ ਜਿਹੜਾ ਆਪਣੇ ਨਾਲ ਦੇ ਵਰਗਾਂ ਨੂੰ ਨਾਲ ਲੈ ਕੇ
ਤੁਰਨਾ ਜਾਣਦਾ। ਉਹ ਤਾਂ ਛੜੰਬਾ ਛੱਡਿਆ ਜਾਂਦਾ, ਇੱਕ ਨੁੱਕਰ ਛੱਡੀ ਜਾਂਦੀ ਹੈ ਪੰਛੀਆਂ ਦੇ ਵਾਸਤੇ ਕਿ ਉਹਨਾਂ ਨੇ ਵੀ ਚੁਗਣਾ। ਜਦੋਂ ਉਹ ਬੋਲ ਦੇ ਵਿੱਚੋਂ ਪਹਿਲਾ ਪੀਪਾ ਕੱਢਦਾ ਤਾਂ ਉਹ ਦਸਵੰਧ ਕੱਢਦਾ। ਇਹ ਉਹ ਵਰਗ ਹੈ ਜਿਹੜਾ ਦੂਜਿਆਂ ਦਾ ਸੋਚਦਾ। ਜਿਹੜਾ ਕਾਰਪੋਰੇਟ ਹੈ ਉਹ ਦੂਜਿਆਂ ਦੇ ਵਾਸਤੇ ਨਹੀਂ ਸੋਚਦਾ, ਉਹਦੇ ਵਿੱਚ ਪੰਛੀ ਜਨੌਰ ਜਾਂ ਜਿਹੜੇ ਲੋੜਵੰਦ ਲੋਕ ਉਹਦੀ ਕਿਤਾਬ ਦੇ ਵਿੱਚ ਨਹੀਂ ਆਉਂਦੇ, ਇਹ ਕਿਸਾਨ ਦੀ ਕਿਤਾਬ ਦੇ ਵਿੱਚ ਆਉਂਦੇ ਨੇ। ਇਸ ਕਰਕੇ ਜਿਹੜਾ ਕਿਸਾਨ ਉਹਨੂੰ ਅੰਨਦਾਤਾ ਕਿਹਾ ਜਾਂਦਾ। ਅੰਨਦਾਤਾ ਸਿਰਫ ਇਹ ਨਹੀਂ ਹੈ ਕਿ ਉਹ ਬੰਦਿਆਂ ਦੇ ਵਾਸਤੇ, ਬਲਕਿ ਪੰਛੀਆਂ ਦੇ ਵਾਸਤੇ ਵੀ ਉਹ ਜਿਹੜੀ ਜਗ੍ਹਾ ਉਹ ਛੱਡਦਾ। ਔਰ ਜੇ ਆਉਣ ਵਾਲੇ ਸਾਲਾਂ ਦੇ ਦੌਰਾਨ, ਆਉਣ ਵਾਲੇ ਸਮੇਂ ਦੇ ਦੌਰਾਨ ਸੰਘਰਸ਼ਸ਼ੀਲ ਲੋਕਾਂ ਨੇ ਕਿਸੇ ਕਿਸਮ ਦਾ ਕੋਈ ਸੰਘਰਸ਼ ਵਿੱਢਣਾ ਤਾਂ ਉਹਦੇ ਵਾਸਤੇ ਇਸ ਸੰਘਰਸ਼ ਦਾ ਕਾਮਯਾਬ ਹੋਣਾ ਬਹੁਤ ਜ਼ਰੂਰੀ ਹੈ। ਉਮੀਦ ਹੈ ਕਿ ਤੁਸੀਂ ਸਭ ਵੀ ਇਸ ਦਿਨ ਕਿਸਾਨ ਦੇ ਨਾਲ ਖੜੇ ਹੋਵੋਗੇ, ਕਿਸਾਨ ਦੀ ਹੌਸਲਾ ਅਫਜ਼ਾਈ ਕਰੋਗੇ। ਇਸ ਕਰਕੇ ਕਿ ਇਹ ਸਿਰਫ ਕਿਸਾਨ ਦੀ ਹੌਸਲਾ ਅਫਜ਼ਾਈ ਨਹੀਂ ਹੋਊਗੀ, ਹਰ ਉਸ ਵਰਗ ਦੀ ਹੌਸਲਾ ਅਫਜ਼ਾਈ ਹੋਊਗੀ ਜਿਹੜਾ ਕਿ ਸੰਘਰਸ਼ ਲੜਨਾ ਚਾਹੁੰਦਾ ਹੈ, ਜਿਹਦੇ ਕੋਲੇ ਸੰਘਰਸ਼ ਤੋਂ ਬਿਨਾਂ ਹੋਰ ਕੋਈ ਚਾਰਾ ਨਹੀਂ ਬਚਿਆ, ਕਿਉਂਕਿ ਉਹ ਚੁਫੇਰੇ ਤੋਂ ਘਿਰ ਗਿਆ ਹੋਇਆ। ਬਹੁਤ ਬਹੁਤ ਧੰਨਵਾਦ। ਉਮੀਦ ਹੈ ਕਿ ਤੁਸੀਂ ਇਹ ਸੁਨੇਹਾ ਅੱਗੇ ਪਹੁੰਚਾਓਗੇ ਆਪਣੇ ਜਾਣਨ ਪਛਾਣਨ ਵਾਲੇ ਸਾਰੇ ਵਰਗ ਦੇ ਵਿੱਚ। ਇਹਨੂੰ ਸੋਸ਼ਲ ਮੀਡੀਆ ਦੇ ਰਾਹੀਂ ਸ਼ੇਅਰ ਕਰਨ ਦੇ ਵਿੱਚ ਤੁਸੀਂ ਮਦਦ ਕਰ ਸਕਦੇ ਹੋ। ਇਸ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲੈਣਾ। ਧੰਨਵਾਦ। ਸਤਿ ਸ਼੍ਰੀ ਅਕਾਲ।